ਹੈਲੋ ਡੀਅਰ ਸਟੂਡੈਂਟਸ, ਹਾਊ ਆਰ ਯੂ ਆਲ। ਮੇਰਾ ਨਾਮ ਹੈ ਸੰਦੀਪ ਸਿੰਘ ਤੇ ਮੈਂ ਸਰਕਾਰੀ ਮਿਡਲ ਸਕੂਲ ਪੰਡੋਰੀ ਬਾਵਾ ਦਾਸ ਡਿਸਟ੍ਰਿਕਟ ਹੁਸ਼ਿਆਰਪੁਰ ਵਿਖੇ ਬਤੌਰ ਸਾਇੰਸ ਮਾਸਟਰ ਸੇਵਾਵਾਂ ਨਿਭਾ ਰਿਹਾ ਹਾਂ। ਪਿਆਰੇ ਵਿਦਿਆਰਥੀਓ, ਅੱਜ ਅਸੀਂ 10ਵੀਂ ਕਲਾਸ ਦੇ ਸਾਇੰਸ ਵਿਸ਼ੇ ਨਾਲ ਸੰਬੰਧਿਤ ਚੈਪਟਰ ਨੰਬਰ 1 ਜਿਸ ਦਾ ਨਾਮ ਹੈ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨਾਂ means chemical reactions and equations ਇਸ ਚੈਪਟਰ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਤੁਸੀਂ ਇਸ ਚੈਪਟਰ ਦੇ ਨਾਲ ਸੰਬੰਧਿਤ ਥਿਊਰੀ ਪਾਠ ਪੜ੍ਹ ਚੁੱਕੇ ਹੋ ਤੇ ਅੱਜ ਦਾ ਸਾਡਾ ਸੈਸ਼ਨ ਇਸ ਚੈਪਟਰ ਨਾਲ ਸੰਬੰਧਿਤ ਕਿਰਿਆਵਾਂ ਨਾਲ ਹੈ। ਮਤਲਬ ਅਸੀਂ ਇਸ ਸੈਸ਼ਨ ਵਿੱਚ ਇਸ ਚੈਪਟਰ ਨਾਲ ਸੰਬੰਧਿਤ ਕਿਰਿਆਵਾਂ ਕਰਾਂਗੇ। तो आओ प्यारे विद्यार्थियों, इस चैप्टर ਨਾਲ ਸੰਬੰਧਿਤ ਕਿਰਿਆਵਾਂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਰਸਾਇਣਿਕ ਕਿਰਿਆਵਾਂ ਮੀਨਸ ਕੈਮੀਕਲ ਰਿਐਕਸ਼ਨ ਬਾਰੇ ਪੜ੍ਹਦੇ ਹਾਂ। ਕੀ ਤੁਸੀਂ ਦੱਸ ਸਕਦੇ ਹੋ ਕਿ ਰਸਾਇਣਿਕ ਕਿਰਿਆ ਤੋਂ ਕੀ ਭਾਵ ਹੈ? ਜੀ ਹਾਂ, ਬਿਲਕੁਲ ਠੀਕ ਕਿ ਇਹ ਇੱਕ ਤਰ੍ਹਾਂ ਦੀ ਪ੍ਰੋਸੈਸ ਹੈ ਜਿਸ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ ਪਦਾਰਥ ਆਪਸ ਵਿੱਚ ਕਿਰਿਆ ਕਰਨ ਤੋਂ ਬਾਅਦ ਨਵੇਂ ਪਦਾਰਥਾਂ ਦਾ ਨਿਰਮਾਣ ਕਰਦੇ ਹਨ। ਕੀ ਕਰਦੇ ਹਨ? ਨਵੇਂ ਪਦਾਰਥ ਬਣਾਉਂਦੇ ਹਨ। ਤੇ ਪਿਆਰੇ ਵਿਦਿਆਰਥੀਓ, ਤੁਸੀਂ ਇਹਨਾਂ ਦੀਆਂ ਕਿਸਮਾਂ ਵੀ ਪੜ੍ਹੀਆਂ ਸੀ। ਕਿੰਨੇ ਭਾਗਾਂ ਵਿੱਚ ਤੁਸੀਂ ਇਹਨੂੰ ਵੰਡਿਆ ਸੀ? ਯਾਦ ਕਰੋ। ਮੇਰੇ ਐਰੋ ਲਗਾਉਣ ਨਾਲ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਇਹਨਾਂ ਨੂੰ 3 ਭਾਗਾਂ ਦੇ ਵਿੱਚ ਵੰਡਿਆ ਸੀ। ਪਿਆਰੇ ਵਿਦਿਆਰਥੀਓ, ਕਿਹੜੇ-ਕਿਹੜੇ ਭਾਗ ਸੀ? ਸਭ ਤੋਂ ਪਹਿਲਾਂ ਅਸੀਂ ਸੰਯੋਜਨ ਕਿਰਿਆ ਬਾਰੇ ਪੜ੍ਹਿਆ ਸੀ। ਸੰਯੋਜਨ ਕਿਰਿਆ ਤੇ ਉਸ ਤੋਂ ਬਾਅਦ ਅਸੀਂ ਅਪਘਟਨ ਕਿਰਿਆ ਬਾਰੇ ਪੜ੍ਹਿਆ ਸੀ। ਜੋ ਲਾਸਟ ਅਸੀਂ ਪੜ੍ਹਿਆ ਸੀ ਉਹ ਸੀ ਵਿਸਥਾਪਨ ਕਿਰਿਆ। ਵਿਸਥਾਪਨ ਕਿਰਿਆ। ਹੁਣ ਸੰਯੋਜਨ ਕਿਰਿਆ, ਇਸ ਨੂੰ ਅਸੀਂ ਕੰਬੀਨੇਸ਼ਨ ਰਿਐਕਸ਼ਨ ਕਹਿੰਦੇ ਹਾਂ। ਕੰਬੀਨੇਸ਼ਨ ਰਿਐਕਸ਼ਨ ਨੋਟ ਕਰੋ ਪਿਆਰੇ ਵਿਦਿਆਰਥੀਓ ਇੱਕ ਵਾਰ ਫਿਰ। ਵੈਸੇ ਤੁਸੀਂ ਇਹ ਸਾਰਾ ਟੌਪਿਕ ਕਰ ਚੁੱਕੇ ਹੋ ਪਰ ਫਿਰ ਵੀ ਤੁਸੀਂ ਇਹ ਇੱਕ ਵਾਰ ਨੋਟ ਕਰ ਲਓ। ਸੰਯੋਜਨ ਕਿਰਿਆ ਮੀਨਸ ਕੰਬੀਨੇਸ਼ਨ ਰਿਐਕਸ਼ਨ। ਤੇ ਅਪਘਟਨ ਕਿਰਿਆ, ਇਸ ਨੂੰ ਬੱਚੇ ਕੀ ਆਖਦੇ ਸੀ? ਡੀਕੰਪੋਜੀਸ਼ਨ ਰਿਐਕਸ਼ਨ। ਡੀਕੰਪੋਜੀਸ਼ਨ ਰਿਐਕਸ਼ਨ। ਤੇ ਵਿਸਥਾਪਨ ਕਿਰਿਆ, ਇਸ ਨੂੰ ਕੀ ਕਹਿੰਦੇ ਸੀ? ਡਿਸਪਲੇਸਮੈਂਟ ਰਿਐਕਸ਼ਨ। ਕੀ ਆਖਦੇ ਸੀ? डिस्प्लेसमेंट रिएक्शन। प्यारे विद्यार्थियों, आज साडी किरिया जो है वो अपघटन किरिया दे नाल संबंधित है, मीन्स डीकंपोजिशन रिएक्शन। विद्यार्थियों, अपघटन किरिया तो की भाव है? अपघटन किरिया बेसिकली की हुंदी है? ये एक तरह की रसायनिक किरिया है जिस विच एक सिंगल सबस्टांस अपने सरल पदार्थां विच की करता है? टुटदा है। इसनूं की आखदे हन? अपघटन किरिया। मीन्स अगर असीं इहदी डेफिनेशन देनी होवे तां डेफिनेशन की बनेगी? द ब्रेकिंग डाउन ऑफ ए सिंगल कंपाउंड into 2 or more simpler substances। ਇਹ ਸੀ ਅਪਘਟਨ ਕਿਰਿਆ ਦੀ ਡੈਫੀਨੇਸ਼ਨ। ਡੀਕੰਪੋਜੀਸ਼ਨ ਰਿਐਕਸ਼ਨ ਮੀਨਸ ਅਪਘਟਨ ਕਿਰਿਆ, ਇਹ ਵੀ 3 ਤਰ੍ਹਾਂ ਦੀ ਹੁੰਦੀ ਹੈ। ਤਾਪ ਅਪਘਟਨ ਕਿਰਿਆ, ਜਿਸ ਨੂੰ ਅਸੀਂ ਥਰਮਲ ਡੀਕੰਪੋਜੀਸ਼ਨ ਵੀ ਆਖਦੇ ਹਾਂ। ਇਹ ਐਗਜ਼ਾਮਪਲ ਲਵਾਂਗੇ ਕਿ ਮੰਨ ਲਓ ਸਾਡੇ ਕੋਲ ਇੱਕ ਕੰਟੇਨਰ ਆ, ਉਸ ਵਿੱਚ ਅਸੀਂ ਕੈਲਸ਼ੀਅਮ ਕਾਰਬੋਨੇਟ
ਮੀਨਸ CaCO3 ਜੋ ਕਿ ਸੋਲਿਡ ਫਾਰਮ ਵਿੱਚ ਹੁੰਦਾ, ਇਸ ਨੂੰ ਰੱਖਿਆ ਹੈ ਤੇ ਉਸ ਟੈਸਟ ਟਿਊਬ ਨੂੰ ਅਸੀਂ ਅਗਰ ਗਰਮ ਕਰਦੇ ਆ ਤਾਂ ਉਸ ਵਿੱਚ ਪਿਆਰੇ ਵਿਦਿਆਰਥੀਓ ਜਿੱਥੇ ਵੀ ਕਾਰਬੋਨੇਟ ਵਰਡ ਆ ਗਿਆ ਨਾ CO3 ਕਾਰਬੋਨੇਟ, ਉੱਥੇ ਹਮੇਸ਼ਾ ਕਾਰਬਨ डाइऑक्साइड गैस जो है वो इवॉल्व करती है, ठीक है। और CO2 देखो कार्बन डाइऑक्साइड ये निकल गया, बचा कि CaO कैल्शियम ऑक्साइड। तो ये है बच्चे ताप अपघटन क्रिया मींस थर्मल डीकंपोजिशन रिएक्शन। प्यारे विद्यार्थियों इत्थे एग्जाम्पल कराने का मकसद की है कि तुहानू जो ये टॉपिक तुसी पहला कर चुके हो तुहानू वो टॉपिक याद आ जाए। इस तो बाद विच नैक्सट है सूरजी प्रकाश क्रिया। सूरजी प्रकाश क्रिया दे विच की हुंदा, इहदे विच कई पदार्थ की हुंदे ने जिवें कि सिल्वर क्लोराइड। सिल्वर क्लोराइड का फार्मूला हुंदा AgCl। AgCl ਨੂੰ ਜੇਕਰ ਅਸੀਂ ਪ੍ਰਕਾਸ਼ ਦੇ ਵਿੱਚ ਰੱਖਦੇ ਆ ਮੀਨਸ ਸਨਲਾਈਟ, ਸੂਰਜ ਦੀ ਰੋਸ਼ਨੀ, ਮੀਨਸ ਇੱਥੇ ਸਾਨੂੰ ਕੀ ਚਾਹੀਦੀ ਹੈ ਸਨਲਾਈਟ। ਤੇ ਇਹ ਜੋ ਪਦਾਰਥ ਹੈ ਸਿਲਵਰ ਕਲੋਰਾਈਡ, ਜਦੋਂ ਇਹਨੂੰ ਸਨਲਾਈਟ ਦੇ ਵਿੱਚ ਰੱਖਾਂਗੇ ਤਾਂ ਇਹ ਪਿਆਰੇ ਵਿਦਿਆਰਥੀਓ ਚਾਂਦੀ ਵਰਗੇ ਪਦਾਰਥ ਵਿੱਚ ਬਦਲ ਜਾਂਦਾ ਹੈ। ਮੀਨਸ ਕਿਸ ਵਿੱਚ ਬਦਲੇਗਾ ਸਿਲਵਰ ਵਿੱਚ। तो नाल की क्लोरीन गैस जो है वो इवॉल्व होनी है इत्थे। नेक्स्ट है बिजलई अपघटन क्रिया मींस इलैक्ट्रिक डीकंपोजिशन। ते इलैक्ट्रिक डीकंपोजिशन विच बेसिकली हुंदा की है, आओ इस बारे समझते हाँ। इहदे विच की हुंदा, कोई एक सिंगल सबस्टांस मतलब कोई एक पदार्थ वो अपने सरल पदार्थां विच बदल जाता है मीनस सिंपल सबस्टांसिस विच बदल जाता है। कदों बदलता है? जदों असी उस विचों इलैक्ट्रिक करंट मीनस बिजली धारा प्रवाहित करते हाँ। तो वो सिंगल सबस्टांस किहदे विच बदल जाता? अपने सिंपल सबस्टांसिस दे विच, जिस तो मिलके वो बनिया सी सिंपल सबस्टांसिस विच। एग्जाम्पल बच्चे लेंदे आ पानी वाटर। अगर असी पानी दे विच इलैक्ट्रिक करंट पास कर दिए, की पास कर दिए इलैक्ट्रिक करंट, अगर इलैक्ट्रिक करंट पास कर दिया तो फिर ये हाइड्रोजन अते ऑक्सीजन जिन्हां तो मिलके ये बनिया है, मतलब हाइड्रोजन गैस ते ऑक्सीजन गैस विच बदल जाएगा। जे इहनूं बैलेंस करना है तो बैलेंसिंग किस तरह होनी है? देखो इस साइड 2 हाइड्रोजन एटम आ, इधर भी 2 आ, बट ऑक्सीजन इस साइड किन्ने ने 1 और इधर किन्ने ने 2। इस करके इहनूं बैलेंस करने लई असीं इत्थे 2 नाल मल्टीप्लाई करांगे, नाल इहदी लिक्विड स्टेट भी लिख दिंदे आ। और हुण हाइड्रोजन किन्ने हो गए 2 दूनी 4, तो इत्थे भी असीं 4 कर दांगे। हाइड्रोजन क्योंकि गैसीय स्टेट विच हुंदी है तो इस करके इत्थे गैस लिखांगे और इत्थे भी गैस लिख दांगे। तो प्यारे विद्यार्थियों ये है बिजलई अपघटन क्रिया मींस इलैक्ट्रिक डीकंपोजिशन। सो प्यारे विद्यार्थियों अज दी साडी क्रिया है पानी दा बिजलई अपघटन करना। पानी दा बिजलई अपघटन करना मींस इलेक्ट्रोलाइसिस ऑफ वाटर। इलेक्ट्रोलाइसिस ऑफ वाटर। इलैक्ट्रिक डीकंपोजिशन नूं असीं इलैक्ट्रोलाइसिस भी आखदे हां। की आखदे हां? इलैक्ट्रोलाइसिस। इलैक्ट्रोलाइसिस विद्यार्थियों इलैक्ट्रोलाइसिस भी 2 वर्ड तो मिलके बनिया। इलैक्ट्रो का मतलब है इलैक्ट्रिक करंट, इलैक्ट्रिक करंट, इलैक्ट्रिक करंट ते लाइसिस मीन्स हुंदा टू ब्रेक। टू ब्रेक मीन्स
ਬਿਜਲੀ ਧਾਰਾ ਪ੍ਰਵਾਹਿਤ ਕਰਨ ਦੇ ਨਾਲ ਕਿਸੇ ਵੀ ਸਬਸਟੈਂਸ ਨੂੰ ਕੀਆ ਉਸ ਦੇ ਸਿੰਪਲ ਸਬਸਟੈਂਸਿਸ ਦੇ ਵਿੱਚ ਬਦਲਣਾ, ਉਸ ਨੂੰ ਕੀ ਆਖਦੇ ਹਾਂ? ਇਲੈਕਟ੍ਰੋਲਾਈਸਿਸ। ਬੇਸਿਕਲੀ ਹੋਇਆ ਕੀ? ਸਿੰਗਲ ਸਬਸਟੈਂਸ ਕੀ ਹੈ ਇੱਥੇ? ਕੈਮੀਕਲ ਕਿਹਦੀ ਮਦਦ ਦੇ ਨਾਲ ਟੁੱਟ ਰਿਹਾ? ਇਲੈਕਟ੍ਰਿਕ ਕਰੰਟ ਦੀ ਮਦਦ ਦੇ ਨਾਲ। ਇਹਦਾ ਮਤਲਬ ਇਹ ਬੇਸਿਕਲੀ ਕੀ ਹੋ ਗਿਆ? ਦਿਸ ਇਜ਼ chemical effects of electric current. Electric current means बिजली ਜਾਂ ਬਿਜਲਈ ਧਾਰਾ ਦੇ ਰਸਾਇਣਿਕ ਪ੍ਰਭਾਵ। प्यारे विद्यार्थियों नोट करो कि इलैक्ट्रोलाइसिस बेसिकली किया बिजली धारा ਦੇ ਰਸਾਇਣਿਕ ਪ੍ਰਭਾਵ ਹੀ ਹੈ ਕਿ ਜਦੋਂ ਅਸੀਂ ਕਰੰਟ ਪਾਸ ਕਰਨਾ ਕਿਸੇ ਰਸਾਇਣ ਵਿੱਚੋਂ ਤਾਂ ਉਸ ਵਿੱਚ ਕੈਮੀਕਲ ਰਿਐਕਸ਼ਨਸ ਹੋਣੀਆਂ ਆ ਜਿਹਦੇ ਨਾਲ ਉਹ ਸਿੰਪਲ ਸਬਸਟੈਂਸਿਸ ਦੇ ਵਿੱਚ ਬ੍ਰੇਕ ਕਰ ਜਾਣਾ ਜਿਸ ਤੋਂ ਉਹ ਬਣਿਆ ਹੈ। ਤੇ ਵਿਦਿਆਰਥੀਓ ਇਸ ਨਾਲ ਸੰਬੰਧਿਤ ਅਸੀਂ ਕੁਝ ਟਰਮਸ ਨੇ ਜੋ ਕਿ ਮੈਂ ਸਮਝਦਾ ਤੁਹਾਨੂੰ ਦੱਸਣੀਆਂ ਬਹੁਤ ਜ਼ਰੂਰੀ ਨੇ। ਉਹ ਕਿਹੜੀਆਂ ਟਰਮਸ ਨੇ? ਟਰਮਸ used in describing chemical effects of electric current। ਕਿਹੜੀਆਂ ਟਰਮਸ ਨੇ? आओ ਇਹਨਾਂ ਬਾਰੇ ਵੀ ਥੋੜਾ पढ़ लेने हैं। तो फर्स्ट टर्म जो है वो है बच्चे आयोन्स। आयोन्स कदों बनते हैं? ਜਦੋਂ कोई एटम इलैक्ट्रॉन लॉस करता है ਜਾਂ फिर इलैक्ट्रॉन गेन करता है। अगर वो इलैक्ट्रॉन लॉस करता है तो उस एटम ते आ जाता है पॉजिटिव चार्ज जिस ਨੂੰ ਅਸੀਂ ਕਹਿੰਦੇ ਹਾਂ कटायन। और अगर वही एटम इलैक्ट्रॉन गेन करता है ਤੇ ਉਸ ਇਲੈਕਟ੍ਰੋਨ ਦੇ ਉੱਪਰ ਆ ਜਾਂਦਾ ਹੈ 네ਗੇਟਿਵ ਚਾਰਜ ਜਿਸ ਨੂੰ ਅਸੀਂ ਆਖਦੇ ਹਾਂ ਅਨਾਇਨ। तो ਆਇਨਸ ਦੋ ਤਰ੍ਹਾਂ ਦੇ ਹੋ ਗਏ, ਕਟਾਇਨਸ ਤੇ ਅਨਾਇਨਸ। ਤੇ ਪਿਆਰੇ ਵਿਦਿਆਰਥੀਓ ਇੱਥੇ ਸੈਕਿੰਡ ਟਰਮ ਹੈ ਇਲੈਕਟ੍ਰੋਲਾਈਟ। ਬੇਸਿਕਲੀ ਇਲੈਕਟ੍ਰੋਲਾਈਟ ਕੀ ਹੁੰਦਾ? ਇਹ ਇੱਕ ਤਰ੍ਹਾਂ ਦਾ ਕੈਮੀਕਲ ਕੰਪਾਊਂਡ ਹੈ, ਮਤਲਬ ਇੱਕ ਰਸਾਇਣਿਕ ਪਦਾਰਥ ਹੁੰਦਾ ਹੈ। ਕੀ ਹੁੰਦਾ ਹੈ? ਰਸਾਇਣਿਕ ਪਦਾਰਥ ਹੁੰਦਾ ਹੈ ਜਿਹੜਾ ਕਿ ਆਪਣੇ ਆਇਨਸ ਵਿੱਚ ਟੁੱਟਦਾ ਹੈ। ਇਟ ਮੀਨਸ ਇਹ ਇਲੈਕਟ੍ਰਿਸਿਟੀ ਕੰਡਕਟ ਕਰਦਾ ਹੈ। ਕੀ ਕਰਦਾ ਹੈ? ਇਲੈਕਟ੍ਰਿਸਿਟੀ ਕੰਡਕਟ। ਤੇ ਪਿਆਰੇ ਵਿਦਿਆਰਥੀਓ ਇਸ ਨੂੰ ਸਮਝਣ ਲਈ ਇੱਕ ਐਗਜ਼ਾਮਪਲ ਲੈਣੇ ਆ। ਇਸ ਦੇ ਨਾਲ ਸੰਬੰਧਿਤ ਤੁਹਾਡੀ ਸਕਰੀਨ ਦੇ ਉੱਪਰ ਇੱਕ ਇਮੇਜ ਵੀ ਫਲੈਸ਼ ਹੋ ਰਿਹਾ। ਇਸ ਵਿੱਚ ਦੇਖੋ ਅਸੀਂ ਸੋਡੀਅਮ ਕਲੋਰਾਈਡ ਮੀਨਸ NaCl ਨੂੰ ਪਾਣੀ ਦੇ ਵਿੱਚ ਜਦੋਂ ਡਿਸੋਲਵ ਕੀਤਾ ਉਹ ਆਪਣੇ ਆਇਨਸ ਦੇ ਵਿੱਚ ਬ੍ਰੇਕ ਕਰ ਗਿਆ। ਮਤਲਬ ਪੋਜ਼ਿਟਿਵ ਆਇਨ ਤੇ 네ਗੇਟਿਵ ਆਇਨਸ ਜੋ ਨੇ ਉਹ ਦੇਖੋ, ਧਿਆਨ ਨਾਲ ਦੇਖੋ, ਉਹ ਦੋਨੋਂ ਅਲੱਗ-ਅਲੱਗ ਹੋ ਰਹੇ ਨੇ। ਕਟਾਇਨਸ ਤੇ ਅਨਾਇਨ ਦੋਨੋਂ ਤੁਹਾਨੂੰ ਅਲੱਗ ਦਿਖਾਈ ਦੇ ਰਹੇ ਨੇ ਪਾਣੀ ਦੇ ਵਿੱਚ। ਤੇ ਇਹਨਾਂ ਆਇਨਸ ਦੀ ਮੂਵਮੈਂਟ ਕਰਕੇ ਇਲੈਕਟ੍ਰਿਸਿਟੀ ਕੰਡਕਟ ਹੁੰਦੀ ਹੈ। ਜੇ ਪਦਾਰਥ ਆਪਣੇ ਆਇਨਸ ਦੇ ਵਿੱਚ ਨਹੀਂ ਬ੍ਰੇਕ ਕਰਦਾ ਤਾਂ ਫਿਰ ਉੱਥੇ ਕੋਈ ਰਿਐਕਸ਼ਨ ਨਹੀਂ ਹੋਣਾ। ਤੇ ਜੇਕਰ ਉਹ ਪਦਾਰਥ ਆਪਣੇ ਆਇਨਸ ਦੇ ਵਿੱਚ ਬ੍ਰੇਕ ਨਹੀਂ ਕਰਦਾ ਤਾਂ ਉਸ ਨੂੰ ਪਿਆਰੇ ਵਿਦਿਆਰਥੀਓ ਅਸੀਂ ਆਖਦੇ ਹਾਂ ਨੌਨ ਇਲੈਕਟ੍ਰੋਲਾਈਟ। ਕੀ ਆਖਦੇ ਹਾਂ? ਨੌਨ ਇਲੈਕਟ੍ਰੋਲਾਈਟ। ਇਸ ਦਾ ਵੀ ਇਮੇਜ ਤੁਹਾਡੀ ਸਕਰੀਨ ਦੇ ਉੱਪਰ ਫਲੈਸ਼ ਹੋ ਰਿਹਾ, ਤੁਸੀਂ ਦੇਖ ਸਕਦੇ। ਅਸੀਂ ਪਾਣੀ ਦੇ ਵਿੱਚ ਮੰਨ ਲਓ ਖੰਡ ਦਾ ਘੋਲ ਹੀ ਡਿਸੋਲਵ ਕਰਤਾ ਤੇ ਸੈਚੂਰੇਟਿਡ ਸੋਲੂਸ਼ਨ ਬਣਾਇਆ। ਜਦੋਂ ਇਸ ਨੂੰ ਬਣਾਇਆ ਤੇ ਇਹਦੇ ਵਿੱਚ ਉਹ ਆਇਨਸ ਦੇ ਵਿੱਚ ਬ੍ਰੇਕ ਨਹੀਂ ਕਰ ਰਿਹਾ, ਠੀਕ ਹੈ। तो जे ब्रेक नहीं कर रहा इट मीनस वो इलैक्ट्रिसिटी कंडक्ट भी नहीं करूगा, ठीक है। नैक्सट टर्म जो असी एक्टिविटी विच यूज करनी है वो है इलैक्ट्रोड्स। ते इलैक्ट्रोड बेसिकली की होंदियां? इलैक्ट्रोड बच्चे इलैक्ट्रोड बेसिकली मैटल दियां रॉड्स जां फिर ग्रेफाइट दियां रॉड्स जो कि तुसी स्क्रीन दे ऊपर देखो ध्यान नाल, ये ने बच्चे ग्रेफाइट रॉड्स। इन्हां रॉड्स दा काम की हुंदा? इन्हां दे थ्रू करंट जो है वो इलैक्ट्रोलाइट विच आंदा है जां फिर उस इलैक्ट्रोलाइट तो बाहर जांदा है।
ਠੀਕ ਹੈ। ਧਿਆਨ ਨਾਲ ਦੇਖੋ, ਇਹਨਾਂ ਨੂੰ ਕੀ ਕਹਿੰਦੇ ਆ, ਇਲੈਕਟ੍ਰੋਡਸ। ਤੇ ਇਹ ਰੋਡਸ ਤੁਸੀਂ ਆਮ ਦੇਖੀਆਂ ਵੀ ਹੋਵੇਗੀਆਂ। ਤੁਸੀਂ ਕਦੀ ਜੇਕਰ ਤੁਸੀਂ ਕਦੇ ਜੋ ਘਰ ਵਿੱਚ ਪੁਰਾਣਾ ਸੈੱਲ ਜੋ ਡੈੱਡ ਹੋ ਗਿਆ ਹੈ ਉਸ ਨੂੰ ਖੋਲਿਆ ਹੋਵੇਗਾ ਤੇ ਉਸ ਵਿੱਚ ਬਲੈਕ ਕਲਰ ਦੀ ਇੱਕ ਰੋਡ ਮਿਲਦੀ ਹੈ, ਉਹ ਗ੍ਰੇਫਾਈਟ ਰੋਡ ਹੀ ਹੁੰਦੀ ਹੈ। ਠੀਕ ਹੈ। ਸੋ ਇਹਨਾਂ ਨੂੰ ਕੀ ਆਖਦੇ ਹਨ, ਇਲੈਕਟ੍ਰੋਡਸ। ਔਰ ਇਹ ਪਿਆਰੇ ਵਿਦਿਆਰਥੀਓ, ਇੱਥੇ ਦੋਨੋਂ ਕੀ ਹੈ, ਗ੍ਰੇਫਾਈਟ ਰੋਡਸ ਜੋ ਅਸੀਂ ਇਸ ਐਕਟੀਵਿਟੀ ਦੇ ਵਿੱਚ ਯੂਜ਼ ਕਰਨੇ ਹਨ। ਜੋ ਇਲੈਕਟ੍ਰੋਡ ਬੇਸਿਕਲੀ ਇਹ ਵੀ ਦੋ ਤਰ੍ਹਾਂ ਦੇ ਹੁੰਦੇ, ਕਿਹੜੇ ਕੈਥੋਡ ਤੇ ਐਨੋਡ। ਇਹ ਬਹੁਤ ਇੰਪੋਰਟੈਂਟ ਗੱਲ ਹੈ, ਕੈਥੋਡ ਅਤੇ ਐਨੋਡ। ਹੁਣ ਕੈਥੋਡ ਇਲੈਕਟ੍ਰੋਡ ਕਿਹੜਾ ਹੋਊਗਾ, ਦੋ ਇਲੈਕਟ੍ਰੋਡ ਤੁਹਾਨੂੰ ਦਿਖਾਏ ਆ, ਇਹਨਾਂ ਵਿੱਚੋਂ ਇੱਕ ਕੈਥੋਡ ਐਕਟ ਕਰੂਗਾ ਔਰ ਇੱਕ ਐਨੋਡ ਐਕਟ ਕਰੂਗਾ। ਕੈਥੋਡ ਕਿਨ ਐਕਟ ਕਰਨਾ, ਜਿਸ ਨੂੰ ਅਸੀਂ ਬੈਟਰੀ ਦੇ ਨੈਗੇਟਿਵ ਟਰਮੀਨਲ ਨਾਲ ਜੋੜਨਾ। ਕਿਹਦੇ ਨਾਲ, ਨੈਗੇਟਿਵ ਟਰਮੀਨਲ ਦੇ ਨਾਲ। ਬੈਟਰੀ ਦੇ ਜਦੋਂ ਅਸੀਂ ਬੈਟਰੀ ਨਾਲ ਇਹਨੂੰ ਅਟੈਚ ਕਰਾਂਗੇ ਤਾਂ ਕਿਹੜੇ ਟਰਮੀਨਲ ਨਾਲ ਜੋੜਨਾ, ਨੈਗੇਟਿਵ ਟਰਮੀਨਲ ਨਾਲ। ਔਰ ਜੋ ਐਨੋਡ ਇਲੈਕਟ੍ਰੋਡ ਕੰਮ ਕਰੇਗਾ ਉਸ ਨੂੰ ਅਸੀਂ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਦੇ ਨਾਲ ਜੋੜਨਾ ਹੈ। ਕਿਸ ਟਰਮੀਨਲ ਦੇ ਨਾਲ, ਪੋਜ਼ਿਟਿਵ ਟਰਮੀਨਲ ਦੇ ਨਾਲ। ਤੋਂ ਪਿਆਰੇ ਵਿਦਿਆਰਥੀਓ, ਜ਼ਿਆਦਾ ਸਮਾਂ ਨਾ ਲੈਂਦੇ ਹੋਏ ਅਸੀਂ ਹੁਣ ਇਹ ਐਕਟੀਵਿਟੀ ਕਰਦੇ ਹਾਂ। ਕਿਰਿਆ ਕਿਹੜੀ ਹੈ, ਕੀ ਨਾਮ ਹੈ ਇਸ ਦਾ, ਪਾਣੀ ਦਾ ਬਿਜਲਈ अपघटन करना। तो इसलिए सानू केड़ा समान चाहिदा है, मीन्स मटीरियल रिक्वायर्ड, ਜਾਂ फिर लिखांगे लोड़िंदा समान। ग्रेफाइट दियां छड़ां नोट करो, ग्रेफाइट दियां छड़ां जो कि मैं तुहानू पहला भी दिखा चुकिया, ਇਹ ਹਨ ਗ੍ਰੇਫਾਈਟ ਦੀਆਂ ਛੜਾਂ, ਗ੍ਰੇਫਾਈਟ ਰੋਡਸ। ਉਸ ਤੋਂ ਬਾਅਦ ਬੱਚੇ ਸਾਨੂੰ ਇੱਕ ਚਾਹੀਦੀ ਹੈ ਬੈਟਰੀ। ਕੀ ਚਾਹੀਦੀ ਹੈ, ਬੈਟਰੀ। ਫਿਰ ਉਸ ਤੋਂ ਬਾਅਦ ਹਲਕਾ ਸਲਫਿਊਰਿਕ ਐਸਿਡ, ਹਲਕਾ ਸਲਫਿਊਰਿਕ ਐਸਿਡ, ਇਸ ਦੀ ਲੋੜ ਪਵੇਗੀ। ਉਸ ਤੋਂ ਬਾਅਦ ਬੱਚੇ ਇਸ ਤਰ੍ਹਾਂ ਦਾ ਸਾਨੂੰ ਇੱਕ ਪਲਾਸਟਿਕ ਦਾ ਕੰਟੇਨਰ ਚਾਹੀਦਾ ਹੈ। ਐਕਚੁਅਲ ਵਿੱਚ ਇਸ ਕੰਟੇਨਰ ਨੂੰ ਆਖਦੇ ਕੀ ਆ, ਇਸ ਕੰਟੇਨਰ ਨੂੰ ਕਹਿੰਦੇ ਆ ਇਲੈਕਟ੍ਰੋਲਿਟਿਕ ਸੈੱਲ। ਇਲੈਕਟ੍ਰੋਲਿਟਿਕ ਸੈੱਲ ਜਿਸ ਵਿੱਚ ਇਹ ਸਾਰੀ ਇਲੈਕਟ੍ਰੋਲਾਈਸਿਸ ਪ੍ਰੋਸੈਸ ਹੋਣੀ ਹੈ। ਠੀਕ ਹੈ ਪਿਆਰੇ ਵਿਦਿਆਰਥੀਓ, ਇਸ ਨੂੰ ਵੋਲਟਾ ਮੀਟਰ ਵੀ ਆਖਦੇ ਹਾਂ, ਜਿਸ ਵਿੱਚ ਇਹ ਸਾਰੀ ਇਲੈਕਟ੍ਰੋਲਾਈਸਿਸ ਪ੍ਰੋਸੈਸ ਹੋਣੀ ਹੈ। ਸੋ ਆਓ ਪਿਆਰੇ ਵਿਦਿਆਰਥੀਓ ਐਕਟੀਵਿਟੀ ਕਰਦੇ ਹਾਂ। ਇਸ ਲਈ ਅਸੀਂ ਇਹ ਇੱਕ ਇਲੈਕਟ੍ਰੋਲਿਟਿਕ ਸੈੱਲ ਲੈ ਲਿਆ, ਮੀਨਸ ਪਲਾਸਟਿਕ ਦਾ ਇੱਕ ਕੰਟੇਨਰ ਲਿਆ ਹੈ ਜਿਸ ਵਿੱਚ ਅਸੀਂ ਇਹ ਇਲੈਕਟ੍ਰੋਲਾਈਸਿਸ ਪ੍ਰੋਸੈਸ ਕਰਨੀ ਹੈ। ਤੇ ਤੁਹਾਨੂੰ ਪਤਾ ਹੈ ਇਸ ਲਈ ਸਾਨੂੰ ਕੀ ਚਾਹੀਦੇ ਨੇ, ਦੋ ਇਲੈਕਟ੍ਰੋਡ। ਕਿਹੜੇ ਗ੍ਰੇਫਾਈਟ ਰੋਡ ਦੇ। ਇਸ ਤੋਂ ਬਾਅਦ ਬੱਚੇ ਅਸੀਂ ਇਹਦੇ ਵਿੱਚ ਵਾਟਰ ਐਡ ਕਰਾਂਗੇ। ਡਿਸਟਿਲਡ ਵਾਟਰ ਐਡ ਕਰਤਾ, ਮੀਨਸ ਸ਼ੁੱਧ ਪਾਣੀ। ਤੇ ਸ਼ੁੱਧ ਪਾਣੀ ਸਾਰੇ ਬੱਚਿਆਂ ਨੂੰ ਪਤਾ ਹੈ ਕਿ ਬਿਜਲੀ ਦਾ ਚਾਲਕ ਨਹੀਂ ਹੁੰਦਾ ਹੈ। ਕਿਉਂਕਿ ਬਿਜਲੀ ਦਾ ਚਾਲਕ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਜਦੋਂ ਅਸੀਂ ਇਹਦੇ ਵਿੱਚੋਂ ਬਿਜਲੀ ਧਾਰਾ ਨੂੰ ਪ੍ਰਵਾਹਿਤ ਕਰਨਾ ਹੈ, ਉਹਨਾਂ ਨੇ ਆਪਣੇ ਆਇਨਸ ਵਿੱਚ ਟੁੱਟਣਾ ਨਹੀਂ ਹੈ। ਠੀਕ ਹੈ। ਸੋ ਅਗਰ ਆਇਨਸ ਵਿੱਚ ਟੁੱਟਣਗੇ ਨਹੀਂ ਤਾਂ ਇਹਦਾ ਮਤਲਬ ਉੱਥੇ ਆਇਨਸ ਦੀ ਮੂਵਮੈਂਟ, ਜੇ ਆਇਨਸ ਹੀ ਨਹੀਂ ਬਣੇ ਤਾਂ ਫਿਰ ਆਇਨਸ ਦੀ ਮੂਵਮੈਂਟ ਕਿੱਥੋਂ ਹੋਏਗੀ। ਤਾਂ ਇਸ ਕਰਕੇ ਕੋਈ ਇਲੈਕਟ੍ਰੋਲਾਈਸਿਸ ਪ੍ਰੋਸੈਸ ਜਿਹੜਾ ਹੋਣਾ ਨਹੀਂ, ਤਾਂ ਜਿਹਦੇ ਕਰਕੇ ਪਾਣੀ ਜੋ ਸ਼ੁੱਧ ਪਾਣੀ ਹੈ ਉਹ ਬਿਜਲੀ ਦਾ ਕੀ ਹੋ ਗਿਆ, ਕੁਚਾਲਕ ਹੋ ਗਿਆ। ਹੁਣ ਸਾਨੂੰ ਚਾਹੀਦਾ ਬੈਟਰੀ ਐਲੀਮੀਨੇਟਰ, ਮੀਨਸ ਬੈਟਰੀ ਚਾਹੀਦੀ ਆ। ਸਾਡੇ ਕੋਲ ਬੈਟਰੀ ਐਲੀਮੀਨੇਟਰ ਹੈ। ਪਿਆਰੇ ਵਿਦਿਆਰਥੀਓ, ਅਗਰ ਤੁਹਾਡੇ ਕੋਲ ਬੈਟਰੀ ਐਲੀਮੀਨੇਟਰ ਨਹੀਂ ਹੈ ਤਾਂ ਤੁਸੀਂ ਇਸ ਨੂੰ 9 ਵੋਲਟ ਬੈਟਰੀ ਦੇ ਨਾਲ ਵੀ ਇਹ ਪ੍ਰੈਕਟੀਕਲ ਕਰ ਸਕਦੇ ਆ। ਬੈਟਰੀ ਐਲੀਮੀਨੇਟਰ ਵਿੱਚ ਵੀ ਦੋ ਟਰਮੀਨਲ ਹੁੰਦੇ ਨੇ, ਪੋਜ਼ਿਟਿਵ ਤੇ ਨੈਗੇਟਿਵ, ਪੋਜ਼ਿਟਿਵ ਤੇ ਨੈਗੇਟਿਵ। ਤੋਂ ਇਸ ਤਰ੍ਹਾਂ ਬੱਚੇ ਅਸੀਂ ਇਲੈਕਟ੍ਰੋਡਸ ਦੇ ਨਾਲ ਬੈਟਰੀ ਦੇ ਨੈਗੇਟਿਵ ਤੇ ਪੋਜ਼ਿਟਿਵ ਟਰਮੀਨਲ ਨੂੰ ਜੋੜ ਲਿਆ ਹੈ। ਬੈਟਰੀ ਦੇ ਨੈਗੇਟਿਵ ਟਰਮੀਨਲ ਦੇ ਨਾਲ ਜਿਹੜਾ ਇਲੈਕਟ੍ਰੋਡ ਜੋੜਦੇ ਆ, ਦੇਖੋ ਆਹ ਵਾਇਰ ਬਿਲਕੁਲ ਬਲੈਕ ਹੈ, ਇਹਨੂੰ ਇਹ ਕੀ ਹੈ, ਨੈਗੇਟਿਵ ਟਰਮੀਨਲ। तो ਇਹ ਟਰਮੀਨਲ ਕੀ ਹੋ ਜਾਣਾ, ਕੈਥੋਡ। ਜਿਸ ਨੂੰ ਅਸੀਂ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਨਾਲ ਜੋੜਿਆ ਹੈ, ਇਹ ਕੀ ਬਣ ਗਿਆ, ਐਨੋਡ। ਕੀ ਹੈ ਇਹ, ਐਨੋਡ। ਇੱਥੇ ਪਲੱਸ ਮਾਈਨਸ ਲਿਖ ਦਿੰਦੇ ਕਿ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਨਾਲ ਜੋ ਜੋੜਿਆ ਇਹ ਐਨੋਡ ਬਣ ਗਿਆ ਔਰ ਇਹ ਕੀ ਹੈ, ਕੈਥੋਡ ਬਣ ਗਿਆ। ਤੇ ਪਿਆਰੇ ਵਿਦਿਆਰਥੀਓ, ਹੁਣ ਪਾਣੀ ਦੀ ਚਾਲਕਤਾ ਨੂੰ ਵਧਾਉਣ ਲਈ ਇਸ ਵਿੱਚ ਅਸੀਂ ਕੁਝ ਸਲਫਿਊਰਿਕ ਐਸਿਡ ਐਡ ਕਰਾਂਗੇ। ਸਲਫਿਊਰਿਕ ਐਸਿਡ ਦਾ ਕੰਮ ਕੀ ਹੈ ਬੇਸਿਕਲੀ, ਇੱਥੇ
ਇਸਨੇ ਪਾਣੀ ਨੂੰ ਆਪਣੇ ਆਇਨਸ ਦੇ ਵਿੱਚ ਟੁੱਟਣ ਲਈ ਹੈਲਪ ਕਰਨੀ ਹੈ। ਠੀਕ, ਤਾਂ ਅਸੀਂ ਕੀ ਕਰਾਂਗੇ, ਅਸੀਂ ਹੁਣ ਬੈਟਰੀ ਨੂੰ ਔਨ ਕਰ ਦਾਂਗੇ ਔਰ ਵੋਲਟੇਜ ਨੂੰ 6 ਤੋਂ 8 ਵੋਲਟ ਤੱਕ ਸੈਟਅਪ ਕਰ ਦੇਣਾ। ਠੀਕ ਹੈ, ਤਾਂ ਥੋੜੀ ਦੇਰ ਲਈ ਹੁਣ ਅਸੀਂ ਵੇਟ ਕਰਦੇ ਹਾਂ। ਪਿਆਰੇ ਵਿਦਿਆਰਥੀਓ, ਹੁਣ ਤੁਸੀਂ ਧਿਆਨ ਨਾਲ ਦੇਖੋ ਕਿ ਜਿਵੇਂ ਹੀ ਅਸੀਂ ਬੈਟਰੀ ਔਨ ਕੀਤੀ ਹੈ, ਜੋ ਇਲੈਕਟ੍ਰੋਡ ਨੈਗੇਟਿਵ ਟਰਮੀਨਲ ਦੇ ਨਾਲ, ਬੈਟਰੀ ਦੇ ਨੈਗੇਟਿਵ ਟਰਮੀਨਲ ਦੇ ਨਾਲ ਜੁੜਿਆ ਸੀ, ਮੀਨਸ ਕੈਥੋਡ, ਉਸ ਵਿੱਚ ਬਬਲਸ ਜੋ ਨੇ ਉਹ ਆਣੇ ਸ਼ੁਰੂ ਹੋ ਗਏ। ਤੁਸੀਂ ਦੇਖ ਸਕਦੇ ਕਲੀਅਰਲੀ, ਇੱਥੇ ਮੈਨੂੰ ਲੱਗ ਰਿਹਾ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ। ਧਿਆਨ ਨਾਲ ਦੇਖੋ, ਦੇਖੋ ਪਿਆਰੇ ਵਿਦਿਆਰਥੀਓ, ਬਬਲਸ ਜੋ ਨੇ ਉਹ ਬਣ ਰਹੇ ਨੇ। ਤੁਸੀਂ ਧਿਆਨ ਨਾਲ ਦੇਖੋ, ਇਸ ਨੂੰ ਤੁਸੀਂ ਇੱਕ ਟੈਸਟ ਟਿਊਬ ਦੇ ਵਿੱਚ ਵੀ ਕਲੈਕਟ ਕਰ ਸਕਦੇ ਆ, ਤੇ ਜਦੋਂ ਇਹਦੀ ਕਲੈਕਸ਼ਨ ਕਰੋਗੇ ਤਾਂ ਉਹ ਕਲੈਕਸ਼ਨ ਦੇ ਉੱਪਰ ਜਿਹੜੀਆਂ ਗੈਸਿਸ ਆ ਉਹਦੀ ਜੇ ਪੁਸ਼ਟੀ ਕਰਨੀ ਹੋਵੇ ਤਾਂ ਅਸੀਂ ਉਸ ਟੈਸਟ ਟਿਊਬ ਦੇ ਨੇੜੇ ਅਸੀਂ ਇੱਕ ਮੈਚ ਸਟਿਕ ਲੈ ਕੇ ਜਾਂਦੇ ਆ, ਬਰਨਿੰਗ ਮੈਚ ਸਟਿਕ, ਤੇ ਉਹ ਪੌਪ ਸਾਊਂਡ ਦੇ ਨਾਲ ਬਰਨ ਕਰਦੀ ਆ। ਜਦੋਂ ਉਹ ਪੌਪ ਸਾਊਂਡ ਨਾਲ ਬਰਨ ਕਰਨੀ ਆ, ਇਸ ਦਾ ਮਤਲਬ ਉੱਥੇ ਇੰਡੀਕੇਸ਼ਨ ਮਿਲਦੀ ਹੈ ਕਿ ਇਹ ਹਾਈਡਰੋਜਨ ਗੈਸ ਹੈ। ਕਿਹੜੀ ਗੈਸ ਹੈ? ਹਾਈਡਰੋਜਨ ਗੈਸ। ਔਰ ਹਾਈਡਰੋਜਨ ਗੈਸ ਜੋ ਬੈਟਰੀ ਦੇ ਕਿਹੜੇ ਟਰਮੀਨਲ ਦੇ ਨਾਲ ਹੈ? ਕੈਥੋਡ, ਮਤਲਬ ਨੈਗੇਟਿਵ ਟਰਮੀਨਲ ਦੇ ਨਾਲ ਹੈ, ਉੱਥੇ ਸਭ ਤੋਂ ਪਹਿਲਾਂ ਬਣਨੀ ਸ਼ੁਰੂ ਹੋਈ ਹੈ। ਤਾਂ ਸਭ ਤੋਂ ਪਹਿਲਾਂ ਇੱਥੇ ਹਾਈਡਰੋਜਨ ਗੈਸ ਜੋ ਹੈ ਉਹ ਬਣਨੀ ਸ਼ੁਰੂ ਹੁੰਦੀ ਹੈ, ਤੁਸੀਂ ਦੇਖ ਸਕਦੇ ਹੋ। ਹੁਣ ਨਾਲ ਦੇ ਨਾਲ ਤੁਸੀਂ ਦੂਸਰਾ ਟਰਮੀਨਲ ਵੀ ਦੇਖੋ, ਉੱਥੇ ਵੀ ਬਬਲਸ ਜੋ ਨੇ, ਛੋਟੇ ਛੋਟੇ ਬਬਲਸ ਜੋ ਨੇ ਉਹ ਦਿਖਾਈ ਦੇ ਰਹੇ ਨੇ। ਦੇਖੋ ਐਨੋਡ ਟਰਮੀਨਲ ਦੇ ਉੱਪਰ ਵੀ ਛੋਟੇ ਛੋਟੇ ਬਬਲਸ ਜੋ ਨੇ ਉਹ ਕੀ ਆ, ਦਿਖਾਈ ਦੇ ਰਹੇ ਆ। ਤਾਂ ਜਿਹੜੇ ਇਹ ਵਾਲੇ ਟਰਮੀਨਲਸ ਤੇ ਬਬਲਸ ਨੇ, ਇਹ ਬੇਸਿਕਲੀ ਆਕਸੀਜਨ ਦੇ ਬਬਲਸ ਨੇ। ਧਿਆਨ ਨਾਲ ਦੇਖੋ। ਸੋ ਬੇਸਿਕਲੀ ਬੱਚੇ ਇੱਥੇ ਹੋਇਆ ਕਿ ਇਹ ਸਾਡਾ ਕੰਟੇਨਰ ਸੀ। ਇਸ ਕੰਟੇਨਰ ਦੇ ਵਿੱਚ ਅਸੀਂ ਵਾਟਰ ਐਡ ਕੀਤਾ ਔਰ ਵਾਟਰ ਦੇ ਵਿੱਚ ਥੋੜਾ ਜਿਹਾ ਅਮਾਉਂਟ ਅਸੀਂ ਸਲਫਿਊਰਿਕ ਐਸਿਡ ਦੀ ਐਡ ਕੀਤੀ। ਸਲਫਿਊਰਿਕ ਐਸਿਡ ਨੇ ਹੁਣ ਕੀ ਕੀਤਾ, ਇੱਥੇ ਇਸ ਪਾਣੀ ਨੂੰ, ਵਾਟਰ ਨੂੰ, ਇਸ ਦੇ ਆਇਨਸ ਦੇ ਵਿੱਚ ਬ੍ਰੇਕ ਕਰ ਦਿੱਤਾ। ਕਿਹੜੇ ਕਿਹੜੇ ਆਇਨਸ? ਪੋਜ਼ਿਟਿਵ ਹਾਈਡਰੋਜਨ ਆਇਨਸ ਐਂਡ ਨੈਗੇਟਿਵ ਹਾਈਡਰੋ ਆਕਸਾਈਡ ਆਇਨ। ਨੈਗੇਟਿਵ ਹਾਈਡਰੋ ਆਕਸਾਈਡ ਆਇਨ। ਸੋ ਪਾਣੀ ਨੂੰ ਕਿਹਦੇ ਵਿੱਚ ਬ੍ਰੇਕ ਕੀਤਾ? ਹਾਈਡਰੋਜਨ ਆਇਨਸ ਤੇ ਹਾਈਡਰੋ ਆਕਸਾਈਡ ਆਇਨਸ। ਪੋਜ਼ਿਟਿਵ ਆਇਨ ਹੈ ਮਤਲਬ ਹਾਈਡਰੋਜਨ ਆਇਨ, ਉਹ ਕਿੱਧਰ ਮੂਵ ਕੀਤੇ? ਬੈਟਰੀ ਦੇ ਕੈਥੋਡ ਵਾਲੀ ਸਾਈਡ, ਇਹ ਵਾਲੇ ਇਲੈਕਟ੍ਰੋਡ ਤੇ। ਔਰ ਜੋ ਹਾਈਡਰੋਕਸਾਈਡ ਆਇਨ ਨੇ ਉਹ ਕਿੱਧਰ ਮੂਵ ਕੀਤੇ? ਪੋਜ਼ਿਟਿਵ ਇਲੈਕਟ੍ਰੋਡ ਵੱਲ, ਕਿਉਂਕਿ ਆਪੋਜ਼ਿਟ ਚਾਰਜ ਹਮੇਸ਼ਾ ਇੱਕ ਦੂਜੇ ਨੂੰ ਕੀ ਕਰਦੇ ਆ? ਅਟਰੈਕਟ ਕਰਦੇ ਆ। ਠੀਕ ਹੈ। ਹੁਣ OH ਨੈਗੇਟਿਵ ਆਇਨਸ ਮੰਨ ਲਓ ਇੱਥੇ 4 ਨੇ। ਠੀਕ ਹੈ, ਹੋਇਆ ਕੀ ਹੁਣ? ਕਿੱਥੇ ਹੈ ਇਹ? ਕਿਹੜੇ ਸਾਈਡ ਤੇ, ਕਿਹੜੇ ਟਰਮੀਨਲ ਤੇ ਆ? ਬੈਟਰੀ ਦੇ ਪੋਜ਼ਿਟਿਵ ਟਰਮੀਨਲ ਦੇ ਨਾਲ, ਮਤਲਬ ਐਟ ਐਨੋਡ ਵੱਲ ਮੂਵ ਕੀਤੇ ਆ ਕਿ ਇਹ ਆਕਸੀਜਨ ਵਿੱਚ ਚੇਂਜ ਕਰ ਗਿਆ ਤੇ ਨਾਲ ਕੀ ਬਣਿਆ ਇੱਥੇ? ਵਾਟਰ ਬਣ ਗਿਆ ਇਸ ਤਰੀਕੇ ਨਾਲ। ਔਰ ਨਾਲ ਦੇ ਨਾਲ ਹੁਣ ਦੇਖੋ O2 ਤੇ H2O, ਔਰ ਨਾਲ ਇਥੋਂ ਬੱਚੇ ਰਿਲੀਜ਼ ਹੋਏ 4 ਇਲੈਕਟ੍ਰੋਨ। ਕੀ ਹੋਏ? 4 ਇਲੈਕਟ੍ਰੋਨ ਰਿਲੀਜ਼ ਹੋਏ। ਔਰ ਇਹ ਬੱਚੇ ਕੀ ਹੁੰਦੀ ਆ? ਆਕਸੀਕਰਨ ਵਿਧੀ ਹੈ। ਕਰਨ ਕਿਰਿਆ ਮੀਨਸ ਆਕਸੀਡੇਸ਼ਨ ਪ੍ਰੋਸੈਸ। ਜੇ ਤੁਹਾਨੂੰ ਨਹੀਂ ਯਾਦ ਰਹਿੰਦਾ ਕਿ ਆਕਸੀਡੇਸ਼ਨ ਹੁੰਦੀ ਕੀ ਹੈ, ਤਾਂ ਆਕਸੀਡੇਸ਼ਨ ਨੂੰ ਤੁਸੀਂ ਇੱਕ ਆ ਵਰਡ ਯਾਦ ਰੱਖਣਾ ਸਾਰਿਆਂ ਨੇ, ਲਿਓ। ਕਿਹੜਾ ਵਰਡ ਆ? ਲਿਓ, LEO, ਲਿਓ। ਮਤਲਬ L ਦਾ ਮਤਲਬ ਇੱਥੇ ਆ ਗਿਆ ਲਾਸ ਆਫ ਇਲੈਕਟ੍ਰੋਨ is called as O stands for oxidation. Loss of electron is known as oxidation. ਤੇ ਇੱਥੇ ਬਚਿਆ ਕਿ H ਪੋਜ਼ਿਟਿਵ ਆਇਨ, ਇਹ ਕਿੱਧਰ ਮੂਵ ਕੀਤੇ ਨੇ? ਬੈਟਰੀ ਦੇ ਕੈਥੋਡ ਵਾਲੀ ਸਾਈਡ। ਔਰ ਕੈਥੋਡ ਵਾਲੀ ਸਾਈਡ ਐਟ ਕੈਥੋਡ। ਹੁਣ ਕੈਥੋਡ ਵਾਲੀ ਸਾਈਡ ਕੀ ਹੋਇਆ? ਇਹ ਹੀ H ਪੋਜ਼ਿਟਿਵ ਆਇਨ ਨੇ ਕੀ ਕੀਤਾ? ਇਹਨਾਂ 4 ਇਲੈਕਟ੍ਰੋਨਸ ਨੂੰ ਕਰ ਲਿਆ ਗੇਨ।
ਇਹਦਾ ਮਤਲਬ 4 ਇਲੈਕਟ੍ਰੋਨ ਗੇਨ ਹੋਏ ਤਾਂ 4 H ਪੋਜ਼ਿਟਿਵ ਆਇਨ ਵੀ ਸਾਨੂੰ ਇੱਥੇ ਚਾਹੀਦੇ। ਉਹ ਅਸੀਂ ਇੱਥੋਂ ਬੈਲੈਂਸਿੰਗ ਕਰ ਸਕਦੇ ਹਾਂ। ਮਤਲਬ ਜੇ ਤੁਸੀਂ 4 ਵਾਟਰ ਮੋਲੀਕਿਊਲ ਲੈ ਰਹੇ ਤਾਂ ਸਾਨੂੰ ਤਾਂ ਪਤਾ ਨਹੀਂ ਹੁਣ ਕਿੰਨੇ ਵਾਟਰ ਮੋਲੀਕਿਊਲਸ ਹੈਗੇ ਆ, ਠੀਕ ਹੈ, ਅਸੀਂ ਮੰਨ ਲੈ ਕਿ 4 ਹੈ, ਠੀਕ। तो 4 H पॉजिटिव आयन 4 इलेक्ट्रॉन लेके की कर गए, केड़ी गैस बना गए, हाइड्रोजन H2 गैस। और प्यारे विद्यार्थियों इसमें बैलेंस कर दो, बैलेंस करके इत्थे की आ जाएगा 2 into 2 4 H पॉजिटिव आयन, ठीक है। और दोनों की रेशो कितनी आई, हुण रेशो तुसीं चेक कर सकते, 2 पार्ट ऑफ हाइड्रोजन बन रहे और 1 पार्ट जिहड़ा आ वो किहदा बन रहा, ऑक्सीजन दा। ਇਹਦਾ मतलब ਇਹਦੀ रेशो कितनी आ गई 2:1, 2:1, 2 पार्ट हाइड्रोजन और 1 पार्ट किहड़ा आ ऑक्सीजन ਦਾ ਇੱਥੇ ਕੀ ਆ ਬਣ ਰਿਹਾ, ਠੀਕ ਹੈ। ਤੇ ਪਿਆਰੇ ਵਿਦਿਆਰਥੀਓ ਹੁਣ ਅਗਰ ਅਸੀਂ ਇਹਨਾਂ ਸਾਰਿਆਂ ਨੂੰ ਇਕੱਠਾ ਕਰ ਦਿੰਨੇ ਆ ਤਾਂ ਕੀ ਹੋਏਗਾ, ਦੇਖੋ ਇਹ 4 ਇਲੈਕਟ੍ਰੋਨ ਆ, 4 ਇਲੈਕਟ੍ਰੋਨ ਕੀ ਆ ਕੈਨਸਲ ਹੋ ਰਹੇ, ਠੀਕ ਹੈ। ਇੱਧਰ ਵਾਲੇ ਇਹਨੂੰ 4H ਪੋਜ਼ਿਟਿਵ ਤੇ 4OH ਨੈਗੇਟਿਵ ਇਹਨਾਂ ਨੂੰ ਇਕੱਠਾ ਕਰ ਦਿਓ, ਐਰੋ 2 ਹਾइड्रोजन मॉलिक्यूल गैस दे और 1 ऑक्सीजन मॉलिक्यूल और नाल की आ गया 2H2O। और इन्हां दोनों ਨੂੰ ਜਦੋਂ ਅਸੀਂ ਕੰਬਾਈਨ ਕਰਾਂਗੇ, ਦੇਖੋ H ਪੋਜ਼ਿਟਿਵ ਤੇ OH ਨੈਗੇਟਿਵ ਆਇਨਸ ਇਹ ਮਿਲ ਕੇ ਕੀ ਬਣਾ ਰਹੇ, ਵਾਟਰ। ਜੇ 4 H ਪੋਜ਼ਿਟਿਵ ਆਇਨ ਆ ਤੇ 4 ਹੀ OH ਨੈਗੇਟਿਵ ਆਇਨ ਆ, ਇਹਦਾ ਮਤਲਬ ਇੱਥੇ ਬਣ ਗਏ 4 ਵਾਟਰ ਮੋਲੀਕਿਊਲ, ਠੀਕ। 4 ਵਾਟਰ ਮੋਲੀਕਿਊਲ ਬਣ ਗਏ, ਹਾਈਡਰੋਜਨ ਗੈਸ ਬਣ ਗਈ ਨਾਲ ਆਕਸੀਜਨ ਗੈਸ ਤੇ ਇਹ 2 ਵਾਟਰ ਮੋਲੀਕਿਊਲ ਆ। ਜਿੱਦਾਂ ਅਸੀਂ ਮੈਥ ਵਿੱਚ ਇਕੁਏਸ਼ਨ ਹੱਲ ਕਰਦੇ ਆ, ਅਗਰ ਇਹ 4 ਨੇ ਇਹ 2 ਇਹਦੇ ਨਾਲ ਕੱਟ ਗਏ तो ਇੱਥੇ ਕਿੰਨੇ ਰਹਿ ਜਾਣੇ 2। तो ਇਹਦਾ मतलब तो ਇਹਦੀ ओवरऑल जो इक्वेशन आ गई वो की आ गई 2H2O एरो 2 हाइड्रोजन गैस प्लस 1 ऑक्सीजन गैस ਦਾ ਮੋਲੀਕਿਊਲ। ਇਹਦਾ मतलब ਹਾਈਡਰੋਜਨ ਤੇ ਆਕਸੀਜਨ ਦੀ ਰੇਸ਼ੋ ਕਿੰਨੀ ਆ ਗਈ 2:1। ਕਿੰਨੀ ਰੇਸ਼ੋ ਆ 2:1। ਤੁਹਾਨੂੰ ਡਿਟੇਲ ਵਿੱਚ ਸਮਝਾ ਦਿੱਤਾ ਕਿ ਐਕਚੁਅਲ ਵਿੱਚ ਇੱਥੇ ਪ੍ਰੋਸੈਸ ਹੁੰਦਾ ਕਿੱਦਾਂ ਹੈ। तो प्यारे विद्यार्थियों मैनू आस है कि ਤੁਹਾਨੂੰ ਇਹ ਐਕਟੀਵਿਟੀ ਜੋ ਹੈ ਬਹੁਤ ਜ਼ਿਆਦਾ ਪਸੰਦ ਆਈ ਹੋਵੇਗੀ। ਤੇ ਲਾਸਟ ਵਿੱਚ ਬੱਚੇ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਦੁਆਰਾ ਤੁਹਾਡੇ ਬੈਨੀਫਿਟ ਲਈ ਫੇਸਬੁੱਕ ਤੇ ਪੇਜ ਚਲਾਇਆ ਜਾ ਰਿਹਾ, ਜੋ ਕਿ ਤੁਹਾਡੀ ਸਕਰੀਨ ਦੇ ਉੱਪਰ ਫਲੈਸ਼ ਹੋ ਰਿਹਾ। ਇਸ ਪੇਜ ਨੂੰ ਸਾਰੇ ਬੱਚੇ ਜੋ ਫੇਸਬੁੱਕ ਯੂਜ਼ ਕਰਦੇ ਨੇ ਲਾਈਕ ਕਰੋ, ਤਾਂ ਕਿ ਤੁਹਾਨੂੰ ਇਸ ਤੋਂ ਜੋ ਪੰਜਾਬ ਸਰਕਾਰ ਦੁਆਰਾ ਐਕਟੀਵਿਟੀਜ਼ ਕੀਤੀਆਂ ਜਾ ਰਹੀਆਂ ਉਸ ਤੋਂ ਤੁਸੀਂ ਜਾਣੂ ਹੋ ਸਕੋ। So till then, stay at home, stay safe, stay healthy. Thank you so much.